ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA TV। ਮੈਂ ਬਰੁਣ ਕੌਰ ਮਾਨ। ਖਬਰਾਂ ਦੇ ਬੁਲੇਟਿਨ ਵਿੱਚ ਤੁਹਾਡਾ ਸਵਾਗਤ। ਖਬਰਾਂ ਦੇ ਬੁਲੇਟਿਨ ਦੇ ਸਪਾਂਸਰ ਰੀਅਲ estate ਬ੍ਰੋਕਰ ਮੋਹਨ ਚੀਮਾ। ਰੀਅਲ estate ਦੀ ਦੁਨੀਆ 'ਚ ਮੰਨਿਆ ਪ੍ਰਮੰਨਿਆ ਨਾਮ। ਪੇਸ਼ ਨੇ ਪਹਿਲਾਂ ਚੋਣਵੀਆਂ ਖਬਰਾਂ। ਅਮਰੀਕੀ ਸੰਸਦ ਵਿੱਚ H1B ਵੀਜ਼ਾ ਪ੍ਰਣਾਲੀ ਵਿੱਚ ਸੁਧਾਰ ਲਈ ਬਿੱਲ ਪੇਸ਼। ਹੁਨਰਮੰਦਾਂ ਨੂੰ ਹੋਵੇਗਾ ਫਾਇਦਾ। ਆਸਟ੍ਰੇਲੀਆ ਨੇ ਅੰਤਰਰਾਸ਼ਟਰੀ ਯਾਤਰੀਆਂ ਲਈ ਪੂਰੀ ਤਰ੍ਹਾਂ ਖੋਲ੍ਹੇ ਬਾਰਡਰ। ਆਸਟ੍ਰੇਲੀਆ ਜਾਲੀ ਦਸਤਾਵੇਜ਼ਾਂ ਕਾਰਨ ਹਵਾਈ ਅੱਡਿਆਂ ਤੋਂ ਮੋੜੇ ਵਿਦੇਸ਼ੀ ਵਿਦਿਆਰਥੀ। ਬਾਈਡਨ ਨੇ ਯੂਕਰੇਨ ਦੀ ਮਦਦ ਲਈ 10 ਅਰਬ ਤੇ ਕੋਵਿਡ ਨਾਲ ਲੜਨ ਲਈ 22.5 ਅਰਬ ਡਾਲਰ ਮੰਗੇ। ਦੂਜੇ ਦੌਰ ਦੀ ਗੱਲਬਾਤ ਵਿੱਚ ਨਹੀਂ ਨਿਕਲਿਆ ਹੱਲ। ਯੂਕਰੇਨ ਨੇ ਰੂਸ ਦੇ ਸਾਹਮਣੇ ਰੱਖੀਆਂ 3 ਸ਼ਰਤਾਂ। ਰੂਸ ਨੇ ਯੂਰਪ ਦੇ ਸਭ ਤੋਂ ਵੱਡੇ ਪਰਮਾਣੂ ਪਾਵਰ ਪਲਾਂਟ ਤੇ ਬਰਸਾਏ ਬੰਬ। ਰੇਡੀਏਸ਼ਨ ਹੋਇਆ ਤਾਂ ਮਚ ਜਾਏਗੀ ਤਬਾਹੀ। ਯੂਕਰੇਨ ਦੇ ਪਰਮਾਣੂ ਪਲਾਂਟ ਤੇ ਹਮਲੇ ਤੋਂ ਬਾਅਦ ਬਾਈਡਨ ਦੀ ਅਪੀਲ। ਰੂਸ ਨੂੰ ਕਹੀਆਂ ਕੁਝ ਖਾਸ ਗੱਲਾਂ। ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ। ਅਮਰੀਕੀ ਸੰਸਦ ਵਿੱਚ H1B ਅਤੇ L1 ਵੀਜ਼ਾ ਪ੍ਰਣਾਲੀ ਦੇ ਸਮੁੱਚੇ ਸੁਧਾਰ ਲਈ ਸੰਸਦ ਮੈਂਬਰਾਂ ਦੇ 2 ਪੱਖੀ ਸਮੂਹ ਨੇ ਬਿੱਲ ਪੇਸ਼ ਕੀਤਾ ਹੈ। ਕਾਨੂੰਨ ਸਾਜ਼ਾਂ ਦੀ ਦਲੀਲ ਹੈ ਕਿ ਇਸ ਨਾਲ ਅਮਰੀਕੀ ਕਾਮਿਆਂ ਦੇ ਹਿੱਤਾਂ ਦੀ ਰੱਖਿਆ ਹੋਏਗੀ ਅਤੇ ਉਹਨਾਂ ਵਿਦੇਸ਼ੀ ਆਊਟਸੋਰਸਿੰਗ ਕੰਪਨੀਆਂ ਤੇ ਲਗਾਮ ਲੱਗੇਗੀ ਜੋ ਇਸ ਵੀਜ਼ਾ ਪ੍ਰੋਗਰਾਮ ਦੀ ਦੁਰਵਰਤੋਂ ਕਰਦੇ ਹੋਏ ਯੋਗ ਅਮਰੀਕੀਆਂ ਨੂੰ ਉੱਚ ਹੁਨਰ ਵਾਲੀਆਂ ਨੌਕਰੀਆਂ ਤੋਂ ਵਾਂਝੇ ਰੱਖਦੇ ਨੇ। H1B ਵੀਜ਼ਾ ਇੱਕ ਗੈਰ ਇਮੀਗ੍ਰੇਸ਼ਨ ਵੀਜ਼ਾ ਹੈ ਜੋ ਅਮਰੀਕੀ ਕੰਪਨੀਆਂ ਨੂੰ ਵਿਸ਼ੇਸ਼ ਹੁਨਰ ਵਾਲੀਆਂ ਨੌਕਰੀਆਂ ਵਿੱਚ ਵਿਦੇਸ਼ੀ ਕਰਮਚਾਰੀਆਂ ਨੂੰ ਨਿਯੁਕਤ ਕਰਨ ਦਾ ਅਧਿਕਾਰ ਦਿੰਦਾ ਹੈ। ਅਮਰੀਕਾ ਦੀਆਂ ਟੈਕਨੋਲੋਜੀ ਕੰਪਨੀਆਂ ਭਾਰਤ ਅਤੇ ਚੀਨ ਵਰਗੇ ਦੇਸ਼ਾਂ ਤੋਂ ਹੁਨਰਮੰਦ ਕਾਮਿਆਂ ਨੂੰ ਨਿਯੁਕਤ ਕਰਨ ਲਈ ਇਸ ਵੀਜ਼ਾ ਤੇ ਨਿਰਭਰ ਕਰਦੀਆਂ ਨੇ। ਭਾਰਤੀਆਂ ਸਮੇਤ ਵਿਦੇਸ਼ੀ ਪੇਸ਼ੇਵਰਾਂ ਵਿੱਚ H1B ਵੀਜ਼ਾ ਸਭ ਤੋਂ ਵੱਧ ਮੰਗਿਆ ਜਾਣ ਵਾਲਾ ਵਰਕ ਵੀਜ਼ਾ ਹੈ। ਇਸ ਦੇ ਨਾਲ ਹੀ L1 ਵੀਜ਼ਾ ਇੱਕ ਗੈਰ ਇਮੀਗ੍ਰੇਸ਼ਨ ਵੀਜ਼ਾ ਵੀ ਹੈ ਜੋ L1 ਪੱਧਰ ਤੇ ਕੰਮ ਲਈ ਦਿੱਤਾ ਜਾਂਦਾ ਹੈ। ਇਹ ਮੁਕਾਬਲਤਨ ਥੋੜੇ ਸਮੇਂ ਲਈ ਵੈਧ ਹੈ। ਸੰਸਦ ਮੈਂਬਰ ਨੇ ਦਾਅਵਾ ਕੀਤਾ ਹੈ ਕਿ H1B ਅਤੇ L1 ਵੀਜ਼ਾ ਸੁਧਾਰ ਬਿੱਲ ਧੋਖਾਧੜੀ ਅਤੇ ਦੁਰਵਰਤੋਂ ਨੂੰ ਰੋਕੇਗਾ, ਅਮਰੀਕੀ ਕਰਮਚਾਰੀਆਂ ਅਤੇ ਵੀਜ਼ਾ ਧਾਰਕਾਂ ਦੇ ਹਿੱਤਾਂ ਦੀ ਰੱਖਿਆ ਕਰੇਗਾ ਅਤੇ ਵਿਦੇਸ਼ੀ ਕਰਮਚਾਰੀਆਂ ਦੀ ਨਿਯੁਕਤੀ ਵਿੱਚ ਵਧੇਰੇ ਪਾਰਦਰਸ਼ਤਾ ਆਏਗੀ। ਪੱਛਮੀ ਆਸਟ੍ਰੇਲੀਆ ਦੇ ਵੀਰਵਾਰ ਨੂੰ ਸਰਹੱਦੀ ਪਾਬੰਦੀਆਂ ਹਟਾਉਣ ਵਾਲਾ ਆਖਰੀ ਰਾਜ ਬਣਨ ਤੋਂ ਬਾਅਦ ਆਸਟ੍ਰੇਲੀਆ ਟੀਕਾਕਰਨ ਵਾਲੇ ਯਾਤਰੀਆਂ ਲਈ ਪੂਰੀ ਤਰ੍ਹਾਂ ਖੁੱਲ੍ਹ ਗਿਆ। ਪੱਛਮੀ ਆਸਟ੍ਰੇਲੀਆ ਜੋ ਕਿ ਦੇਸ਼ ਦੇ ਜ਼ਮੀਨੀ ਖੇਤਰ ਦੇ 1/3 ਹਿੱਸੇ ਨੂੰ ਕਵਰ ਕਰਦਾ ਹੈ ਨੇ ਕੋਵਿਡ-19 ਦੇ ਫੈਲਣ ਨੂੰ ਹੌਲੀ ਕਰਨ ਲਈ 2020 ਵਿੱਚ ਜ਼ਿਆਦਾਤਰ ਅੰਤਰਰਾਸ਼ਟਰੀ ਅਤੇ ਅੰਤਰਰਾਜੀ ਯਾਤਰੀਆਂ ਲਈ ਆਪਣੀਆਂ ਸਰਹੱਦਾਂ ਬੰਦ ਕਰ ਦਿੱਤੀਆਂ ਸੀ, ਪਰ ਰਾਜ ਨੇ ਵੀਰਵਾਰ ਨੂੰ ਪਾਬੰਦੀਆਂ ਹਟਾ ਲਈਆਂ ਜਦੋਂ ਸਿਡਨੀ ਨੇ ਕੁਆਰੰਟਾਈਨ ਮੁਕਤ ਯਾਤਰਾ ਨੂੰ ਦੁਬਾਰਾ ਖੋਲ੍ਹਣਾ ਸ਼ੁਰੂ ਕੀਤਾ। ਪਰਥ ਦੇ ਹਵਾਈ ਅੱਡਾ ਤੇ ਭਾਵੁਕ ਪੁਨਰ ਮਿਲਣ ਦਾ ਦ੍ਰਿਸ਼ ਸੀ ਕਿਉਂਕਿ ਨਿਰਧਾਰਤ 22 ਘਰੇਲੂ ਉਡਾਣਾਂ ਵਿੱਚੋਂ ਪਹਿਲੀ ਅਤੇ 5 ਅੰਤਰਰਾਸ਼ਟਰੀ ਉਡਾਣਾਂ ਵੀਰਵਾਰ ਨੂੰ ਆਉਣੀਆਂ ਸ਼ੁਰੂ ਹੋ ਗਈਆਂ। ਪੱਛਮੀ ਆਸਟ੍ਰੇਲੀਆ ਨੇ ਇਸ ਸਾਲ ਬਹੁਤ ਜ਼ਿਆਦਾ ਛੂਤਕਾਰੀ ਓਮਿਕਰੋਨ ਵੈਰੀਐਂਟ ਦੇ ਫੈਲਣ ਤੱਕ ਕੰਟਰੈਕਟ ਟ੍ਰੇਸਿੰਗ ਅਤੇ ਕੈਰੀਅਰਾਂ ਨੂੰ ਅਲੱਗ-ਥਲੱਗ ਕਰਕੇ ਮਹਾਮਾਰੀ ਦੌਰਾਨ ਕਰੋਨਾ ਵਾਇਰਸ ਦੇ ਸਥਾਨਕ ਫੈਲਣ ਨੂੰ ਸਫਲਤਾਪੂਰਵਕ ਰੋਕ ਦਿੱਤਾ ਸੀ। ਹੁਣ ਰਾਜ ਵਿੱਚ ਹਰ ਰੋਜ਼ 1000 ਤੋਂ ਵੱਧ ਨਵੇਂ ਸੰਕਰਮਣ ਮਾਮਲੇ ਸਾਹਮਣੇ ਆ ਰਹੇ ਨੇ। ਕੰਤਾਸ ਏਅਰਵੇਜ਼ ਦੇ ਮੁੱਖ ਕਾਰਜਕਾਰੀ ਐਲਨ ਨੇ ਦੱਸਿਆ ਹੈ ਕਿ ਆਸਟ੍ਰੇਲੀਆ ਹੁਣ ਆਖਰਕਾਰ ਇਕੱਠਾ ਹੋ ਗਿਆ। ਆਸਟ੍ਰੇਲੀਅਨ ਵੀਜ਼ਾ ਅਧਿਕਾਰੀਆਂ ਵੱਲੋਂ ਕੌਮਾਂਤਰੀ ਵਿਦਿਆਰਥੀ ਵੀਜ਼ਾ ਅਰਜ਼ੀਆਂ ਨਾਲ ਜੁੜੇ ਦਸਤਾਵੇਜ਼ਾਂ ਦੀ ਜਾਂਚ ਤਹਿਤ ਕੁਝ ਵਿਦਿਆਰਥੀਆਂ ਨੂੰ ਆਸਟ੍ਰੇਲੀਆ ਦੇ ਹਵਾਈ ਅੱਡਿਆਂ ਤੇ ਉਤਰਨ ਤੋਂ ਤੁਰੰਤ ਬਾਅਦ ਵਾਪਸ ਭੇਜ ਦਿੱਤਾ ਗਿਆ। ਗ੍ਰਹਿ ਮਾਮਲਿਆਂ ਦੇ ਵਿਭਾਗ ਨੇ ਪੁਸ਼ਟੀ ਕੀਤੀ ਹੈ ਕਿ ਬਿਨੇਕਾਰਾਂ ਵੱਲੋਂ ਗਲਤ ਜਾਣਕਾਰੀ ਜਾਂ ਜਾਲੀ ਦਸਤਾਵੇਜ਼ ਵੀਜ਼ਾ ਰੱਦ ਹੋਣ ਦੇ ਸਭ ਤੋਂ ਆਮ ਕਾਰਨਾਂ ਵਿੱਚੋਂ ਇੱਕ ਹੈ। ਬਿਆਨ ਵਿੱਚ ਕਿਹਾ ਗਿਆ ਹੈ ਜਿਨ੍ਹਾਂ ਵਿਦਿਆਰਥੀਆਂ ਦੇ ਵੀਜ਼ਾ ਰੱਦ ਕਰ ਦਿੱਤੇ ਗਏ ਸੀ ਉਹ ਸਵੈ ਇੱਛਾ ਨਾਲ ਜਾਣ ਲਈ ਤਿਆਰ ਨਹੀਂ ਸਨ। ਉਹਨਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ ਅਤੇ ਆਸਟ੍ਰੇਲੀਆ ਵਿੱਚੋਂ ਭੇਜ ਦਿੱਤਾ ਗਿਆ। ਬੀਤੇ ਸਾਲ 2020-21 ਵਿੱਚ ਇਮੀਗ੍ਰੇਸ਼ਨ ਨਜ਼ਰਬੰਦੀ ਤੋਂ ਹਟਾਏ ਗਏ ਵਿਦਿਆਰਥੀਆਂ ਦੀ ਕੁੱਲ ਗਿਣਤੀ 154 ਸੀ ਜਿਨ੍ਹਾਂ ਵਿੱਚੋਂ 9 ਭਾਰਤ ਤੋਂ ਸੀ, ਜਦਕਿ ਮੌਜੂਦਾ ਸਾਲ ਵਿੱਚ ਕੇਵਲ 31 ਜਨਵਰੀ ਤੱਕ ਹੀ ਵਿਦਿਆਰਥੀ ਵੀਜ਼ਾ ਰੱਦ ਕਰਨ ਦੀ ਕੁੱਲ ਗਿਣਤੀ 119 ਹੈ ਜਿਨ੍ਹਾਂ ਵਿੱਚੋਂ 29 ਭਾਰਤ ਚੋਂ ਨੇ। ਅਮਰੀਕਾ ਦੀ ਜੋ ਬਾਈਡਨ ਸਰਕਾਰ ਨੇ ਰੂਸੀ ਹਮਲਿਆਂ ਵਿਰੁੱਧ ਯੂਕਰੇਨ ਦੀ ਮਦਦ ਲਈ 10 ਅਰਬ ਡਾਲਰ ਅਤੇ ਕਰੋਨਾ ਵਾਇਰਸ ਇਨਫੈਕਸ਼ਨ ਮਹਾਮਾਰੀ ਨਾਲ ਲੜਨ ਲਈ 22.5 ਅਰਬ ਡਾਲਰ ਦੀ ਵਾਧੂ ਰਾਸ਼ੀ ਮੰਗੀ ਹੈ। ਦੇਸ਼ ਦੇ ਬਜਟ ਵਿੱਚ ਇਹਨਾਂ ਦੋਵਾਂ ਮੰਗਾਂ ਨੂੰ ਸ਼ਾਮਲ ਕਰਨ ਨੂੰ ਲੈ ਕੇ ਚਰਚਾ ਚੱਲ ਰਹੀ ਹੈ। ਵਾਈਟ ਹਾਊਸ ਆਫਿਸ ਆਫ ਮੈਨੇਜਮੈਂਟ ਐਂਡ ਬਜਟ ਦੇ ਕਾਰਜਕਾਰੀ ਨਿਰਦੇਸ਼ਕ ਸ਼ਾਲਾਂਦਾ ਯੋਂਗ ਨੇ ਵੀਰਵਾਰ ਨੂੰ ਬਲੌਗ ਪੋਸਟ ਵਿੱਚ ਪੂਰਕ ਫੰਡਿੰਗ ਦੀ ਲੋੜ ਤੇ ਜ਼ੋਰ ਦਿੱਤਾ। ਇਹਨਾਂ ਦੋਵਾਂ ਮੰਗਾਂ ਦੀ ਕੁੱਲ ਰਕਮ ਕਾਂਗਰਸ ਵੱਲੋਂ ਤੈਅ ਬਜਟ ਤੋਂ ਵਾਧੂ ਹੈ। ਅਮਰੀਕੀ ਸੰਸਦ ਮੌਜੂਦਾ ਬਜਟ ਤੇ ਚਰਚਾ ਕਰ ਉਸ ਨੂੰ 11 ਮਾਰਚ ਤੱਕ ਅੰਤਿਮ ਰੂਪ ਦੇਣਾ ਚਾਹੁੰਦੀ ਹੈ।
ਯੋਂਗ ਨੇ ਬਲਾਗ ਪੋਸਟ ਵਿੱਚ ਕਿਹਾ ਕਿ ਇਸ ਰਾਸ਼ੀ ਦੀ ਤੁਰੰਤ ਲੋੜ ਹੈ। ਉਹਨਾਂ ਨੇ ਲਿਖਿਆ ਕਿ ਯੂਕਰੇਨ ਨੂੰ 10 ਅਰਬ ਡਾਲਰ ਦੀ ਮਦਦ ਅਮਰੀਕਾ ਵੱਲੋਂ 2021 ਤੋਂ ਉਸ ਨੂੰ ਦਿੱਤੀ ਗਈ 1.4 ਅਰਬ ਡਾਲਰ ਤੋਂ ਇਲਾਵਾ ਹੋਏਗੀ, ਜੋ ਉਸ ਨੂੰ ਪਿਛਲੇ ਮਹੀਨੇ ਰੂਸ ਵੱਲੋਂ ਹੋਏ ਹਮਲੇ ਦੀ ਪਿਛੋਕੜ ਵਿੱਚ ਦਿੱਤੀ ਜਾ ਰਹੀ ਹੈ। ਯੋਂਗ ਨੇ ਕਿਹਾ ਕਿ ਇਸ ਰਾਸ਼ੀ ਨਾਲ ਆਉਣ ਵਾਲੇ ਦਿਨਾਂ ਅਤੇ ਹਫ਼ਤਿਆਂ 'ਚ ਯੂਕਰੇਨ ਅਤੇ ਹਸਪਤਾਲ ਦੇ ਖੇਤਰਾਂ ਨੂੰ ਆਰਥਿਕ ਸਹਾਇਤਾ ਮਿਲੇਗੀ, ਨਾਲ ਹੀ ਸੁਰੱਖਿਆ ਅਤੇ ਮਨੁੱਖੀ ਸਹਾਇਤਾ ਵੀ ਮਿਲੇਗੀ। ਉੱਥੇ ਬਾਈਡਨ ਵੱਲੋਂ ਕੋਵਿਡ ਵਿਰੁੱਧ ਲੜਾਈ ਲਈ ਮੰਗੀ ਗਈ 22.5 ਅਰਬ ਡਾਲਰ ਦੀ ਰਾਸ਼ੀ ਦੀ ਵਰਤੋਂ ਇਨਫੈਕਸ਼ਨ ਦੀ ਜਾਂਚ, ਇਲਾਜ ਅਤੇ ਟੀਕੇ ਤੋਂ ਇਲਾਵਾ ਖੇਤਰ ਵਿੱਚ ਖੋਜ ਅਤੇ ਦੁਨੀਆ ਭਰ ਵਿੱਚ ਟੀਕਾਕਰਨ ਨੂੰ ਉਤਸ਼ਾਹਿਤ ਕਰਨ ਲਈ ਕੀਤੀ ਜਾਏਗੀ। ਯੁੱਧ ਰੋਕਣ ਨੂੰ ਲੈ ਕੇ ਵੀਰਵਾਰ ਨੂੰ ਰੂਸ ਤੇ ਯੂਕਰੇਨ ਵਿੱਚ ਗੱਲਬਾਤ ਦਾ ਦੂਜਾ ਦੌਰ ਗੁਆਂਢੀ ਬੈਲਾਰੂਸ ਦੀ ਸਰਹੱਦ ਤੇ ਹੋਇਆ, ਜੋ ਬੇਨਤੀਜਾ ਰਿਹਾ। ਹੁਣ ਤੀਜੇ ਦੌਰ ਦੀ ਗੱਲਬਾਤ ਹੋਏਗੀ, ਜਿਸ ਦੀ ਤਰੀਕ ਬਾਅਦ ਵਿੱਚ ਤੈਅ ਕੀਤੀ ਜਾਏਗੀ। ਪਤਾ ਲੱਗਾ ਹੈ ਕਿ ਗੱਲਬਾਤ ਵਿੱਚ ਯੂਕਰੇਨ ਨੇ ਰੂਸ ਦੇ ਸਾਹਮਣੇ 3 ਸ਼ਰਤਾਂ ਰੱਖੀਆਂ ਨੇ। ਪਹਿਲੀ, ਤੁਰੰਤ ਸੀਜ਼ ਫਾਇਰ ਕੀਤੀ ਜਾਵੇ। ਦੂਜਾ, ਲੋਕਾਂ ਨੂੰ ਕੱਢਣ ਲਈ ਰਸਤਾ ਦਿੱਤਾ ਜਾਵੇ ਅਤੇ ਤੀਜਾ, ਦੋਵੇਂ ਦੇਸ਼ ਜੰਗਬੰਦੀ ਲਈ ਰਾਜ਼ੀ ਹੋਣ। ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਦੇ ਦਫ਼ਤਰ ਨੇ ਵੀਰਵਾਰ ਨੂੰ ਜਾਰੀ ਵੀਡੀਓ ਵਿੱਚ ਦਿਖਾਇਆ ਕਿ ਗੈਰ ਰਸਮੀ ਪਹਿਰਾਵੇ ਵਿੱਚ ਯੂਕਰੇਨ ਦਾ ਇੱਕ ਵਫਦ ਬੈਠਕ ਰੂਮ ਵਿੱਚ ਦਾਖਲ ਹੋਇਆ ਅਤੇ ਉਹਨਾਂ ਸੂਟ ਟਾਈ ਪਹਿਨੇ ਰੂਸੀ ਅਧਿਕਾਰੀਆਂ ਦੇ ਨਾਲ ਹੱਥ ਮਿਲਾਏ। ਗੱਲਬਾਤ ਦਾ ਉਦੇਸ਼ ਯੁੱਧ ਰੋਕਣਾ ਸੀ। ਗੱਲਬਾਤ ਅਜਿਹੇ ਸਮੇਂ ਹੋਈ ਹੈ ਜਦੋਂ ਰੂਸ ਦੀ ਫੌਜ ਯੂਕਰੇਨ ਦਾ ਸੰਪਰਕ ਕਾਲਾ ਸਾਗਰ ਅਤੇ ਆਜ਼ੋਵ ਸਾਗਰ ਤੋਂ ਕੱਟਣ ਦੇ ਯਤਨ ਵਿੱਚ ਦੇਸ਼ ਦੇ ਦੱਖਣ ਦੇ ਵੱਡੇ ਹਿੱਸੇ ਵਿੱਚ ਘੁਸਪੈਠ ਕਰ ਚੁੱਕੀ ਹੈ। ਰੂਸ ਯੂਕਰੇਨ ਗੱਲਬਾਤ ਦੌਰਾਨ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਸਾਊਦੀ ਅਰਬ ਦੇ ਪ੍ਰਿੰਸ ਸਲਮਾਨ ਨਾਲ ਗੱਲਬਾਤ ਕੀਤੀ। ਰੂਸ ਤੇ ਯੂਕਰੇਨ ਵਿੱਚ ਜਾਰੀ ਜੰਗ ਕਿਸੇ ਵੀ ਸਮੇਂ ਵੱਡੀ ਤਬਾਹੀ ਦਾ ਕਾਰਨ ਬਣ ਸਕਦੀ ਹੈ। ਰੂਸ ਨੇ ਯੂਕਰੇਨ ਸਥਿਤ ਯੂਰਪ ਦੇ ਸਭ ਤੋਂ ਵੱਡੇ ਪਰਮਾਣੂ ਪਾਵਰ ਪਲਾਂਟ ਤੇ ਬੰਬ ਬਰਸਾਏ। ਜ਼ੈਪੋਰੀਜ਼ੀਆ ਨਿਊਕਲੀਅਰ ਪਾਵਰ ਪਲਾਂਟ ਤੇ ਹੋਈ ਇਸ ਬੰਬਾਰੀ ਦੇ ਬਾਅਦ ਇਸ ਦੇ ਇੱਕ ਹਿੱਸੇ ਵਿੱਚ ਅੱਗ ਲੱਗ ਗਈ। ਸ਼ੱਕ ਹੈ ਕਿ ਜੇਕਰ ਇਸ ਅੱਗ ਤੇ ਕਾਬੂ ਨਾ ਕੀਤਾ ਗਿਆ ਤੇ ਰੇਡੀਏਸ਼ਨ ਪੈਦਾ ਹੋ ਗਈ ਤਾਂ ਭਾਰੀ ਤਬਾਹੀ ਹੋ ਸਕਦੀ ਹੈ। ਯੂਕਰੇਨ ਦੇ ਵਿਦੇਸ਼ੀ ਮਾਮਲਿਆਂ ਦੇ ਮੰਤਰੀ ਦਮਿਤਰੀ ਕੁਲੇਬਾ ਦੇ ਅਨੁਸਾਰ ਰੂਸੀ ਬਲ ਯੂਰਪ ਦੇ ਸਭ ਤੋਂ ਵੱਡੇ ਪਰਮਾਣੂ ਪਾਵਰ ਪਲਾਂਟ ਜ਼ੈਪੋਰੀਜ਼ੀਆ NPP ਤੇ ਚਾਰੇ ਪਾਸਿਓਂ ਗੋਲਾਬਾਰੀ ਕਰ ਰਹੇ ਹਨ। ਅੱਗ ਪਹਿਲਾਂ ਹੀ ਭੜਕ ਚੁੱਕੀ ਹੈ। ਜੇਕਰ ਅੱਗ ਵੱਧਦੀ ਹੈ ਤਾਂ ਚਰਨੋਬਲ ਨਾਲੋਂ 10 ਗੁਣਾ ਜ਼ਿਆਦਾ ਰੇਡੀਏਸ਼ਨ ਹੋ ਸਕਦੀ ਹੈ। ਇਸ ਖਬਰ ਦੇ ਸਾਹਮਣੇ ਆਉਣ ਤੋਂ ਬਾਅਦ ਅਮਰੀਕਾ ਵਿੱਚ ਹੜਕੰਪ ਮਚ ਗਿਆ ਹੈ। ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਤੇ ਯੂਕਰੇਨ ਦੇ ਰਾਸ਼ਟਰਪਤੀ ਜ਼ੈਲੈਂਸਕੀ ਨੇ ਇਸ ਮਾਮਲੇ ਤੇ ਫੋਨ ਤੇ ਗੱਲਬਾਤ ਵੀ ਕੀਤੀ ਸੀ। ਰੂਸ ਅਤੇ ਯੂਕਰੇਨ ਵਿਚਾਲੇ ਲਗਾਤਾਰ 9 ਦਿਨ ਤੋਂ ਜੰਗ ਜਾਰੀ ਹੈ। ਪੂਰਬੀ ਯੂਰਪੀ ਦੇਸ਼ ਯੂਕਰੇਨ ਰੂਸ ਦੀ ਫੌਜੀ ਕਾਰਵਾਈ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ ਅਤੇ ਹਮਲਿਆਂ ਤੋਂ ਬਾਅਦ ਸਥਿਤੀ ਦਿਨੋਂ ਦਿਨ ਖਰਾਬ ਹੁੰਦੀ ਜਾ ਰਹੀ। ਰੂਸੀ ਬਲਾਂ ਨੇ ਯੂਕਰੇਨ ਤੇ ਹਮਲੇ ਤੇਜ਼ ਕਰ ਦਿੱਤੇ ਨੇ ਅਤੇ ਪਿਛਲੇ 24 ਘੰਟਿਆਂ ਵਿੱਚ ਖਾਰਕਿਵ, ਚੇਰਨਹੀਵ, ਵੋਰੋਡਿਆਂਕਾ, ਮਾਰੀਉਪੋਲ 'ਚ ਭਾਰੀ ਬੰਬਾਰੀ ਕੀਤੀ ਗਈ ਹੈ। ਰੂਸੀ ਹਮਲਿਆਂ ਵਿੱਚ ਸਿਰਫ 24 ਘੰਟਿਆਂ 'ਚ ਕਰੀਬ 22 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ ਕਈ ਲੋਕ ਜ਼ਖਮੀ ਹੋਏ ਨੇ। ਰੂਸੀ ਹਮਲੇ ਦੇ ਵਿਚਕਾਰ ਯੂਕਰੇਨ ਦੇ ਪਰਮਾਣੂ ਪਾਵਰ ਪਲਾਂਟ ਵਿੱਚ ਅੱਗ ਲੱਗ ਗਈ ਹੈ। ਯੂਕਰੇਨ ਦੇ ਵਿਦੇਸ਼ ਮੰਤਰੀ ਦਮਿਤਰੀ ਕੁਲੇਬਾ ਨੇ ਪਰਮਾਣੂ ਪਾਵਰ ਪਲਾਂਟ ਵਿੱਚ ਅੱਗ ਲੱਗਣ ਦੀ ਖਬਰ ਦੀ ਪੁਸ਼ਟੀ ਕੀਤੀ ਹੈ ਅਤੇ ਕਿਹਾ ਹੈ ਕਿ ਰੂਸੀ ਫੌਜ ਯੂਰਪ ਦੇ ਸਭ ਤੋਂ ਵੱਡੇ ਪਰਮਾਣੂ ਪਾਵਰ ਪਲਾਂਟ NPP ਵਿੱਚ ਚਾਰੇ ਪਾਸਿਓਂ ਗੋਲਾਬਾਰੀ ਕਰ ਰਹੀ ਹੈ। ਅੰਤਰਰਾਸ਼ਟਰੀ ਪਰਮਾਣੂ ਊਰਜਾ ਏਜੰਸੀ ਦੇ ਡਾਇਰੈਕਟਰ ਜਨਰਲ ਰਾਫੇਲ ਮਾਰੀਆਨੋ ਗ੍ਰੋਸੀ ਨੇ ਯੂਕਰੇਨ ਦੇ ਪ੍ਰਧਾਨ ਮੰਤਰੀ ਡੈਨਿਸ ਸ਼ਮੀਗਲ ਅਤੇ ਯੂਕਰੇਨੀ ਪਰਮਾਣੂ ਰੈਗੂਲੇਟਰ ਅਤੇ ਆਪਰੇਟਰ ਨਾਲ ਗੱਲ ਕੀਤੀ। ਉਸਨੇ ਰੂਸ ਨੂੰ ਤਾਕਤ ਦੀ ਵਰਤੋਂ ਬੰਦ ਕਰਨ ਲਈ ਕਿਹਾ ਅਤੇ ਚੇਤਾਵਨੀ ਦਿੱਤੀ ਹੈ ਕਿ ਜੇ ਇਹ ਰਿਐਕਟਰਾਂ ਨਾਲ ਟਕਰਾ ਗਿਆ ਤਾਂ ਗੰਭੀਰ ਖਤਰੇ ਦੀ ਚੇਤਾਵਨੀ ਦਿੱਤੀ ਗਈ। ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਦੇ ਦਫ਼ਤਰ ਦੇ ਮੁਖੀ ਦੇ ਸਲਾਹਕਾਰ ਜ਼ੈਪੋਰੀਜ਼ੀਆ ਨਿਊਕਲੀਅਰ ਪਾਵਰ ਪਲਾਂਟ ਵਿੱਚ ਅੱਗ ਲੱਗਣ ਦਾ ਵੀਡੀਓ ਟਵੀਟ ਕੀਤਾ ਹੈ। ਯੂਕਰੇਨ ਵੱਲੋਂ ਰੂਸੀ ਮਿਜ਼ਾਈਲਾਂ ਨਾਲ ਪਰਮਾਣੂ ਪਲਾਂਟ ਤੇ ਹਮਲਾ ਕਰਨ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਆਪਣੇ ਯੂਕਰੇਨ ਦੇ ਹਮਰੁਤਬਾ ਨਾਲ ਫੋਨ ਤੇ ਗੱਲ ਕੀਤੀ। ਦੋਵਾਂ ਨੇਤਾਵਾਂ ਵਿਚਾਲੇ ਫੌਜੀ, ਆਰਥਿਕ ਅਤੇ ਮਨੁੱਖੀ ਸਹਾਇਤਾ ਤੇ ਵੀ ਚਰਚਾ ਹੋਈ। ਨਿਊਜ਼ ਏਜੰਸੀ AFP ਮੁਤਾਬਕ ਜੋ ਬਾਈਡਨ ਨੇ ਰੂਸ ਨੂੰ ਯੂਕਰੇਨ ਦੇ ਪਰਮਾਣੂ ਪਾਵਰ ਪਲਾਂਟ ਤੇ ਐਮਰਜੈਂਸੀ ਰਾਹਤ ਕਰਮਚਾਰੀਆਂ ਨੂੰ ਆਗਿਆ ਦੇਣ ਦੀ ਅਪੀਲ ਕੀਤੀ ਹੈ। ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਦੇ ਪਹਿਲੇ ਸਟੇਟ ਆਫ ਦਾ ਯੂਨੀਅਨ ਸੰਬੋਧਨ ਨੂੰ ਅੰਦਾਜ਼ਨ 3.82 ਕਰੋੜ ਲੋਕਾਂ ਨੇ ਟੀਵੀ ਤੇ ਦੇਖਿਆ। ਨੀਲਸਨ ਦੀ ਰੇਟਿੰਗ ਦੇ ਅੰਕੜਿਆਂ ਮੁਤਾਬਕ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ 2020 ਦੇ ਆਖਰੀ SOTU ਸੰਬੋਧਨ ਨੂੰ 3 ਕਰੋੜ 72 ਲੱਖ ਲੋਕਾਂ ਨੇ ਦੇਖਿਆ ਸੀ, ਜੋ ਰਿਕਾਰਡ ਬਾਈਡਨ ਨੇ ਆਪਣੇ ਪਹਿਲੇ ਸੰਬੋਧਨ ਨਾਲ ਹੀ ਤੋੜ ਦਿੱਤਾ। ਹਾਲਾਂਕਿ ਉਹ ਟਰੰਪ ਦੇ 2018 ਦੇ ਪਹਿਲੇ ਸੰਬੋਧਨ ਦਾ ਰਿਕਾਰਡ ਨਹੀਂ ਤੋੜ ਸਕੇ। ਉਸ ਸਮੇਂ ਟਰੰਪ ਦੇ ਭਾਸ਼ਣ ਨੂੰ ਟੀਵੀ ਤੇ 4 ਕਰੋੜ 56 ਲੱਖ ਲੋਕਾਂ ਨੇ ਦੇਖਿਆ ਸੀ।
ਵਾਈਡਨ ਦੇ 2021 ਵਿੱਚ ਅਮਰੀਕਾ ਦੇ ਰਾਸ਼ਟਰਪਤੀ ਅਹੁਦੇ ਦਾ ਕਾਰਜਭਾਰ ਸੰਭਾਲਣ ਤੋਂ ਬਾਅਦ ਸੰਸਦ ਵਿੱਚ ਦਿੱਤੇ ਪਹਿਲੇ ਭਾਸ਼ਣ ਨੂੰ 2 ਕਰੋੜ 7 ਲੱਖ ਲੋਕਾਂ ਨੇ ਵੇਖਿਆ ਸੀ, ਜਦਕਿ ਟਰੰਪ ਦੇ ਸੰਸਦ ਦੇ ਪਹਿਲੇ ਸੰਬੋਧਨ ਨੂੰ 4 ਕਰੋੜ 77 ਲੱਖ ਲੋਕਾਂ ਨੇ ਦੇਖਿਆ ਸੀ। ਨੀਲਸਨ ਨੇ 16 ਨੈਟਵਰਕਾਂ ਤੇ ਚੈਨਲਾਂ ਤੇ ਦਰਸ਼ਕਾਂ ਦੀ ਗਿਣਤੀ ਨੂੰ ਮਾਪਿਆ, ਜਿਨ੍ਹਾਂ ਨੇ ਮੰਗਲਵਾਰ ਨੂੰ ਲਗਭਗ 1 ਘੰਟੇ ਲਈ ਵਾਈਡਨ ਦੇ ਭਾਸ਼ਣ ਨੂੰ ਲਾਈਵ ਪ੍ਰਸਾਰਿਤ ਕੀਤਾ। ਰੂਸ ਯੂਕਰੇਨ ਵਿਚਾਲੇ ਜੰਗ ਲਗਾਤਾਰ ਵੱਧਦੀ ਜਾ ਰਹੀ ਹੈ। ਰੂਸ ਯੂਕਰੇਨ ਵਿੱਚ ਆਪਣੇ ਮਿਜ਼ਾਈਲ ਤੇ ਬੰਬਾਂ ਨਾਲ ਭਾਰੀ ਤਬਾਹੀ ਮਚਾ ਰਿਹਾ ਹੈ। ਮਰਨ ਵਾਲਿਆਂ ਦੀ ਗਿਣਤੀ ਵੀ ਵੱਧਦੀ ਜਾ ਰਹੀ ਹੈ। ਜੰਗ ਰੋਕਣ ਦੀਆਂ ਸਾਰੀਆਂ ਕੋਸ਼ਿਸ਼ਾਂ ਜਾਰੀ ਨੇ। ਇਸੇ ਕੜੀ ਵਿੱਚ ਅਮਰੀਕਾ ਨੇ ਰੂਸ ਸਾਹਮਣੇ ਇੱਕ ਪੇਸ਼ਕਸ਼ ਰੱਖੀ ਹੈ। ਅਮਰੀਕਾ ਦੇ ਸਿਆਸੀ ਮਾਮਲਿਆਂ ਦੇ ਵਿਦੇਸ਼ ਮੰਤਰੀ ਵਿਕਟੋਰੀਆ ਨੂਲੈਂਡ ਨੇ ਕਿਹਾ ਕਿ ਜੇ ਯੂਕਰੇਨ ਵਿੱਚ ਰੂਸ ਜੰਗ ਬੰਦ ਕਰ ਦਿੰਦਾ ਹੈ ਤਾਂ ਮਾਸਕੋ ਖਿਲਾਫ ਲਗਾਈਆਂ ਗਈਆਂ ਸਾਰੀਆਂ ਪਾਬੰਦੀਆਂ ਹਟਾ ਦਿੱਤੀਆਂ ਜਾਣਗੀਆਂ। ਦੱਸ ਦਈਏ ਕਿ ਸ਼ੁੱਕਰਵਾਰ ਸਵੇਰੇ ਸਥਿਤੀ ਕਾਫੀ ਤਣਾਅਪੂਰਨ ਹੋ ਗਈ। ਰੂਸ ਦੀ ਬੰਬਾਰੀ ਨਾਲ ਯੂਕਰੇਨ ਦੇ ਐਨਹੋਦਰ ਸ਼ਹਿਰ ਵਿੱਚ ਸਥਿਤ ਯੂਰਪ ਦੇ ਸਭ ਤੋਂ ਪਰਮਾਣੂ ਊਰਜਾ ਪਲਾਂਟ ਵਿੱਚ ਅੱਗ ਲੱਗੀ। ਪਲਾਂਟ ਦੇ ਡਾਇਰੈਕਟਰ ਦਾ ਕਹਿਣਾ ਸੀ ਕਿ ਫਾਇਰ ਫਾਈਟਿੰਗ ਸਿਸਟਮ ਨੂੰ ਪਲਾਂਟ ਦੇ ਅੰਦਰ ਆਉਣ ਨਹੀਂ ਦਿੱਤਾ ਜਾ ਰਿਹਾ ਸੀ। ਰਿਪੋਰਟ ਮੁਤਾਬਕ ਕੁਝ ਦੇਰ ਬਾਅਦ ਪਲਾਂਟ ਵਿੱਚ ਕਈ ਧਮਾਕੇ ਵੀ ਹੋਏ। ਇਸ ਘਟਨਾ ਤੋਂ ਬਾਅਦ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਨਾਲ ਵਾਈਡਨ ਨੇ ਫੋਨ ਤੇ ਗੱਲ ਕੀਤੀ। ਇਸ ਤੋਂ ਬਾਅਦ ਐਮਰਜੈਂਸੀ ਸੰਬੋਧਨ ਵਿੱਚ ਕਿਹਾ ਗਿਆ ਹੈ ਕਿ ਮਾਸਕੋ ਨਿਊਕਲੀਅਰ ਪਾਵਰ ਪਲਾਂਟ ਤੇ ਬੰਬਾਰੀ ਕਰਕੇ ਚੈਰਨੋਬਿਲ ਐਮਰਜੈਂਸੀ ਨੂੰ ਦੁਹਰਾਉਣਾ ਚਾਹੁੰਦਾ ਹੈ। ਦੱਸ ਦਈਏ ਕਿ ਯੂਕਰੇਨ ਹਮਲੇ ਤੋਂ ਬਾਅਦ ਯੂਰਪ ਦੇ ਬਹੁਤ ਸਾਰੇ ਦੇਸ਼ਾਂ ਨੇ ਰੂਸ ਤੱਕ ਪਾਬੰਦੀਆਂ ਲਗਾਈਆਂ ਨੇ। ਪੱਛਮੀ ਦੇਸ਼ ਰੂਸ ਦੇ ਸੈਂਟਰਲ ਬੈਂਕ ਦੇ ਅਸੈਸਟ ਨੂੰ ਫ੍ਰੀਜ਼ ਕਰਨਾ, ਰੂਸ ਨੂੰ ਸਵਿਫਟ ਤੋਂ ਬਾਹਰ ਕਰਨਾ। ਅਮਰੀਕਾ ਤੇ ਬ੍ਰਿਟੇਨ ਨੇ ਰੂਸ ਦੇ ਸਭ ਤੋਂ ਵੱਡੇ ਬੈਂਕਾਂ ਸਮਰ ਬੈਂਕ ਤੇ BTB ਬੈਂਕ ਤੇ ਕਈ ਤਰ੍ਹਾਂ ਦੇ ਰੋਕ ਲਾਏ ਨੇ। ਰੂਸ ਦੇ ਕਈ ਰਾਇਸ ਲੋਕਾਂ ਦੀ ਯਾਤਰਾ ਤੇ ਬੈਨ ਹੈ। ਇਹਨਾਂ ਦੀਆਂ ਜਾਇਦਾਦਾਂ ਫ੍ਰੀਜ਼ ਕਰ ਦਿੱਤੀਆਂ ਗਈਆਂ ਨੇ। ਕੈਨੇਡਾ ਤੇ ਆਸਟ੍ਰੇਲੀਆ ਨੇ ਵੀ ਅਜਿਹਾ ਕੀਤਾ ਹੈ। ਜਰਮਨੀ ਦੀ ਗੱਲ ਕਰੀਏ ਤਾਂ ਉਸਨੇ ਵੀ ਨਾਰਡ ਸਟ੍ਰੀਮ 2 ਗੈਸ ਪਾਈਪਲਾਈਨ ਪ੍ਰੋਜੈਕਟ ਨੂੰ ਰੋਕਣ ਦੀ ਗੱਲ ਕਹੀ ਹੈ। ਪੋਲੈਂਡ, ਚੈਕ ਗਣਰਾਜ, ਬੁਲਗਾਰੀਆ ਤੇ ਐਸਟੋਨੀਆ ਨੇ ਰੂਸੀ ਹਵਾਈ ਕੰਪਨੀਆਂ ਲਈ ਆਪਣੇ 에ਅਰ ਸਪੇਸ ਬੰਦ ਕਰ ਦਿੱਤੇ ਹਨ। ਰੂਸ ਅਤੇ ਯੂਕਰੇਨ ਵਿਚਾਲੇ ਜੰਗ ਰੁਕਣ ਦਾ ਨਾਮ ਨਹੀਂ ਲੈ ਰਹੀ। ਯੁੱਧ ਦਾ 9ਵਾਂ ਦਿਨ ਹੈ। ਰੂਸ ਵੱਲੋਂ ਸਪਸ਼ਟ ਤੌਰ ਤੇ ਇਹ ਗੱਲ ਪ੍ਰਗਟਾਈ ਜਾ ਰਹੀ ਹੈ ਕਿ ਉਹ ਯੂਕਰੇਨ ਦੀ ਰਾਜਧਾਨੀ ਕੀਵ ਤੇ ਕਬਜ਼ਾ ਕਰਕੇ ਹੀ ਰਹੇਗਾ। ਇਸ ਦੌਰਾਨ ਭਾਰਤ ਲਈ ਇੱਕ ਬੁਰੀ ਖਬਰ ਸਾਹਮਣੇ ਆਈ। ਰੂਸ ਵੱਲੋਂ ਕੀਤੀ ਭਾਰੀ ਗੋਲਾਬਾਰੀ ਵਿੱਚ ਯੂਕਰੇਨ ਦੀ ਰਾਜਧਾਨੀ ਵਿੱਚ ਗੋਲੀ ਲੱਗਣ ਤੋਂ ਬਾਅਦ ਇੱਕ ਭਾਰਤੀ ਵਿਦਿਆਰਥੀ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਸ਼ਹਿਰੀ ਹਵਾਬਾਜ਼ੀ ਰਾਜ ਮੰਤਰੀ ਜਨਰਲ VK ਸਿੰਘ ਨੇ ਵੀਰਵਾਰ ਨੂੰ ਪੋਲੈਂਡ ਦੇ ਰਜੇਜ਼ੋ ਹਵਾਈ ਅੱਡੇ ਤੇ ਇਸ ਗੱਲ ਦਾ ਖੁਲਾਸਾ ਕੀਤਾ। ਸਿੰਘ ਨੇ ਦੱਸਿਆ ਕਿ ਕੀਵ ਤੋਂ ਇੱਕ ਵਿਦਿਆਰਥੀ ਨੂੰ ਗੋਲੀ ਲੱਗਣ ਦੀ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਉਸ ਨੂੰ ਤੁਰੰਤ ਕੀਵ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਇੱਥੇ ਦੱਸ ਦਈਏ ਕਿ ਕੁਝ ਦਿਨ ਪਹਿਲਾਂ ਯੂਕਰੇਨ ਤੇ ਰੂਸ ਦੇ ਹਮਲੇ ਦੌਰਾਨ ਇੱਕ ਭਾਰਤੀ ਨਾਗਰਿਕ ਦੀ ਮੌਤ ਹੋ ਗਈ ਸੀ। ਯੂਕਰੇਨ ਵਿੱਚ ਮੈਡੀਕਲ ਦੀ ਪੜ੍ਹਾਈ ਕਰ ਰਹੇ ਕਰਨਾਟਕ ਦੇ ਨਵੀਨ ਕੁਮਾਰ ਦੀ ਮੌਤ ਹੋ ਗਈ। ਵਿਦੇਸ਼ ਮੰਤਰਾਲਾ ਦੇ ਬੁਲਾਰੇ ਅਰੰਦਮ ਵਾਗਾਚੀ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਸੀ। ਨਵੀਨ ਕੁਮਾਰ ਯੂਕਰੇਨ ਦੇ ਖਾਰਕੀਵ ਵਿੱਚ ਹੋਏ ਭਿਆਨਕ ਹਮਲੇ ਦੌਰਾਨ ਮਾਰਿਆ ਗਿਆ ਸੀ। ਉਧਰ ਰੂਸ ਯੂਕਰੇਨ ਯੁੱਧ ਦੌਰਾਨ ਨਾਗਰਿਕਾਂ ਅਤੇ ਵਿਦਿਆਰਥੀ ਇਸ ਸਮੇਂ ਯੁੱਧ ਪ੍ਰਭਾਵਿਤ ਦੇਸ਼ ਯੂਕਰੇਨ ਤੋਂ ਭੱਜ ਰਹੇ ਨੇ। ਭਾਰਤੀ ਵਿਦਿਆਰਥੀ ਆਪਣੀ ਸੁਰੱਖਿਅਤ ਭਾਰਤ ਵਾਪਸੀ ਲਈ ਪੋਲੈਂਡ ਦੀ ਸਰਹੱਦ ਤੇ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਨੇ। ਇਸ ਦੌਰਾਨ 4 ਕੇਂਦਰੀ ਮੰਤਰੀਆਂ ਦੀ ਇੱਕ ਟੀਮ ਵੀ ਭਾਰਤ ਸਰਕਾਰ ਦੁਆਰਾ ਯੂਕਰੇਨ ਨਾਲ ਲੱਗਦੇ ਦੇਸ਼ਾਂ ਵਿੱਚ ਨਿਕਾਸੀ ਦੇ ਯਤਨਾਂ ਦੀ ਨਿਗਰਾਨੀ ਕਰਨ ਲਈ ਭੇਜੀ ਗਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਸਮੇਤ ਕਵਾੜ ਦੇ ਨੇਤਾ ਵੀਰਵਾਰ ਨੂੰ ਨਵੀਂ ਮਾਨਵਤਾਵਾਦੀ ਸਹਾਇਤਾ ਅਤੇ ਆਫਤ ਰਾਹਤ ਵਿਧੀ ਬਣਾਉਣ ਲਈ ਸਹਿਮਤ ਹੋ ਗਏ, ਜਿਸ ਨਾਲ ਕੂਟਨੀਤਿਕ ਰੂਪ ਨਾਲ ਮਹੱਤਵਪੂਰਨ ਇਹ ਗੱਠਜੋੜ ਹਿੰਦ ਪ੍ਰਸ਼ਾਂਤ ਖੇਤਰ ਵਿੱਚ ਭਵਿੱਖ ਦੀਆਂ ਮਨੁੱਖੀ ਚੁਣੌਤੀਆਂ ਨਾਲ ਨਜਿੱਠਣ ਲਈ ਸੰਵਾਦ ਲਈ ਇੱਕ ਚੈਨਲ ਬਣਾ ਸਕੇਗਾ। ਇਹਨਾਂ ਨੇਤਾਵਾਂ ਨੇ ਯੂਕਰੇਨ ਵਿੱਚ ਵੱਧਦੇ ਸੰਕਟ ਤੇ ਵੀ ਚਰਚਾ ਕੀਤੀ ਹੈ। ਯੂਕਰੇਨ ਸੰਕਟ ਦੇ ਮੁੱਦੇ ਤੇ ਭਾਰਤ ਅਤੇ ਅਮਰੀਕਾ ਵਿਚਾਲੇ ਮਤਭੇਦ ਹੋਣ ਦੀਆਂ ਸਾਰੀਆਂ ਅਟਕਲਾਂ ਨੂੰ ਖਾਰਿਜ ਕਰਦੇ ਹੋਏ PM ਮੋਦੀ ਅਤੇ ਬਾਈਡਨ ਨੇ ਜਾਪਾਨ ਦੇ ਪ੍ਰਧਾਨ ਮੰਤਰੀ ਫੂਮੀਓ ਕਿਸ਼ਿਦਾ ਅਤੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੌਰਿਸਨ ਦੇ ਨਾਲ ਯੂਕਰੇਨ ਰੂਸ ਸੰਕਟ ਤੇ ਸਾਂਝਾ ਬਿਆਨ ਜਾਰੀ ਕੀਤਾ। ਵਾਈਟ ਹਾਊਸ ਦੁਆਰਾ ਜਾਰੀ ਕਵਾੜ ਨੇਤਾਵਾਂ ਦੇ ਸਾਂਝੇ ਬਿਆਨ ਵਿੱਚ ਕਿਹਾ ਗਿਆ ਹੈ ਕਿ ਕਵਾੜ ਨੇਤਾਵਾਂ ਨੇ ਯੂਕਰੇਨ ਵਿੱਚ ਚੱਲ ਰਹੇ ਸੰਘਰਸ਼ ਅਤੇ ਮਨੁੱਖੀ ਸੰਕਟ ਤੇ ਚਰਚਾ ਕੀਤੀ ਹੈ ਅਤੇ ਇਸ ਦੇ ਵਿਆਪਕ ਅਸਰ ਦਾ ਮੁਲਾਂਕਣ ਕੀਤਾ ਹੈ। ਅਮਰੀਕੀ ਪ੍ਰਸ਼ਾਸਨ ਦੇ ਇੱਕ ਸੀਨੀਅਰ ਅਧਿਕਾਰੀ ਨੇ ਅਮਰੀਕੀ ਸੰਸਦ ਮੈਂਬਰਾਂ ਨੂੰ ਕਿਹਾ ਹੈ ਕਿ ਉਹਨਾਂ ਦਾ ਦੇਸ਼ ਪਾਕਿਸਤਾਨ ਵਿੱਚ ਲਸ਼ਕਰ-ਏ-ਤੌਇਬਾ ਅਤੇ ਜੈਸ਼-ਏ-ਮੁਹੰਮਦ ਵਰਗੇ ਅੱਤਵਾਦੀ ਸੰਗਠਨਾਂ ਦੀ ਲਗਾਤਾਰ ਮੌਜੂਦਗੀ ਤੋਂ ਚਿੰਤਿਤ ਹੈ ਅਤੇ ਉਹ ਅਜਿਹੀਆਂ ਜਥੇਬੰਦੀਆਂ ਨੂੰ ਪੂਰੀ ਤਰ੍ਹਾਂ ਤਬਾਹ ਕਰਨ ਅਤੇ ਉਹਨਾਂ ਦੇ ਮੈਂਬਰਾਂ ਖਿਲਾਫ ਮੁਕੱਦਮਾ ਚਲਾਉਣ ਲਈ ਇਸਲਾਮਾਬਾਦ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਉਸ ਨਾਲ ਮਿਲ ਕੇ ਕੰਮ ਕਰ ਰਿਹਾ।
ਅੱਤਵਾਦ ਦੇ ਕਾਂਗਰੈਸ਼ਨਲ ਰਿਸਰਚ ਸਰਵਿਸ ਦੀ ਰਿਪੋਰਟ ਦੇ ਅਨੁਸਾਰ ਪਾਕਿਸਤਾਨ ਵਿੱਚ ਲਸ਼ਕਰ-ਏ-ਤੌਇਬਾ ਅਤੇ ਜੈਸ਼-ਏ-ਮੁਹੰਮਦ ਜਿਹੇ ਘੱਟੋ-ਘੱਟ 12 ਅਜਿਹੇ ਸਮੂਹ ਨੇ ਜਿਨ੍ਹਾਂ ਨੂੰ ਵਿਦੇਸ਼ੀ ਅੱਤਵਾਦੀ ਸੰਗਠਨਾਂ ਵਜੋਂ ਸੂਚੀਬੱਧ ਕੀਤਾ ਗਿਆ ਹੈ। ਦੱਖਣੀ ਅਤੇ ਮੱਧ ਏਸ਼ੀਆ ਲਈ ਅਮਰੀਕਾ ਦੇ ਸਹਾਇਕ ਵਿਦੇਸ਼ ਮੰਤਰੀ ਡੋਨਾਲਡ ਲੂ ਨੇ ਬੁੱਧਵਾਰ ਨੂੰ ਨੇੜੇ ਪੂਰਬ, ਦੱਖਣੀ ਏਸ਼ੀਆ, ਮੱਧ ਏਸ਼ੀਆ ਅਤੇ ਅੱਤਵਾਦ ਵਿਰੋਧੀ ਸੀਨੇਟ ਦੀ ਵਿਦੇਸ਼ ਮਾਮਲਿਆਂ ਦੀ ਉਪ ਕਮੇਟੀ ਨੂੰ ਕਿਹਾ ਕਿ ਅਸੀਂ ਪਾਕਿਸਤਾਨ ਨਾਲ ਜੋ ਕੰਮ ਕੀਤਾ ਹੈ, ਜੋ ਹੋਰ ਭਾਈਵਾਲਾਂ ਨੇ ਪਾਕਿਸਤਾਨ ਨਾਲ ਕੰਮ ਕੀਤਾ ਹੈ, ਜੋ ਫਾਈਨੈਂਸ਼ੀਅਲ ਟਾਸਕ ਫੋਰਸ ਨੇ ਪਾਕਿਸਤਾਨ ਨਾਲ ਕੀਤਾ ਹੈ, ਉਸ ਦੇ ਨਤੀਜੇ ਵਜੋਂ ਅਸੀਂ ਇਹਨਾਂ ਸਮੂਹਾਂ ਦੇ ਮੈਂਬਰਾਂ ਤੇ ਮੁਕੱਦਮਾ ਚਲਾਉਣ, ਇਹਨਾਂ ਅੱਤਵਾਦੀ ਸੰਗਠਨਾਂ ਵਿੱਚ ਕੁਝ ਨਸ਼ਟ ਕਰਨ ਵਿੱਚ ਅਸਲੀ ਪ੍ਰਗਤੀ ਦੇਖੀ ਹੈ। ਪਰ ਇਹ ਸਮੂਹ ਅਜੇ ਵੀ ਬਰਕਰਾਰ ਨੇ। ਲੂ ਨੇ ਕਿਹਾ ਕਿ ਇਹਨਾਂ ਅੱਤਵਾਦੀ ਸੰਗਠਨਾਂ ਨੂੰ ਨਸ਼ਟ ਕਰਨ ਅਤੇ ਉਹਨਾਂ ਦੇ ਮੈਂਬਰਾਂ ਖਿਲਾਫ ਮੁਕੱਦਮਾ ਚਲਾਉਣ ਲਈ ਪਾਕਿਸਤਾਨ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਅਸੀਂ ਉਸ ਨਾਲ ਮਿਲ ਕੇ ਕੰਮ ਕਰ ਰਹੇ ਹਾਂ। ਰੂਸ ਤੇ ਯੂਕਰੇਨ ਵਿੱਚ ਚੱਲ ਰਹੀ ਜੰਗ ਵਿਚਾਲੇ ਭਾਰਤ ਨੇ ਖਾਰਕਿਵ ਵਿੱਚ ਫਸੇ ਭਾਰਤੀਆਂ ਲਈ ਨਵੀਂ ਐਡਵਾਈਜ਼ਰੀ ਜਾਰੀ ਕੀਤੀ ਹੈ, ਜਿਸ ਵਿੱਚ ਉਹਨਾਂ ਨੇ ਕਿਹਾ ਹੈ ਕਿ ਮੁਸ਼ਕਲਾਂ ਵਿੱਚ ਫਸੇ ਸਾਰੇ ਲੋਕ ਉੱਥੇ ਆਪਣੇ ਨਾਲ ਟਾਰਚ, ਪੈਸਾ ਤੇ ਪਾਣੀ ਦੀ ਵਿਵਸਥਾ ਰੱਖੋ। ਇਸ ਤੋਂ ਇਲਾਵਾ ਐਡਵਾਈਜ਼ਰੀ ਵਿੱਚ ਹਵਾਈ ਹਮਲੇ, ਜਹਾਜ਼ਾਂ ਜਾਂ ਫਿਰ ਡਰੋਨ ਹਮਲੇ, ਮਿਜ਼ਾਈਲ ਹਮਲੇ, ਆਰਟਿਲਰੀ ਸ਼ੈਲਿੰਗ, ਛੋਟੇ ਹਥਿਆਰ, ਗੋਲਾਬਾਰੀ, ਗ੍ਰਨੇਡ ਵਿਸਫੋਟ, ਬੰਬ ਆਦਿ ਦੀ ਚੇਤਾਵਨੀ ਵੀ ਦਿੱਤੀ ਗਈ ਹੈ। ਐਡਵਾਈਜ਼ਰੀ ਵਿੱਚ ਕਿਹਾ ਗਿਆ ਹੈ ਕਿ ਯੂਕਰੇਨ ਵਿੱਚ ਮਲਬੇ ਡਿੱਗ ਸਕਦੇ ਨੇ, ਇੰਟਰਨੈਟ ਜਾਮਿੰਗ, ਬਿਜਲੀ, ਭੋਜਨ, ਪਾਣੀ ਦੀ ਕਮੀ ਹੋ ਸਕਦੀ ਹੈ, ਤਾਪਮਾਨ ਹੋਰ ਵੀ ਡਿੱਗ ਸਕਦਾ ਹੈ, ਘਬਰਾਹਟ ਵਰਗੇ ਹਾਲਾਤ ਹੋ ਸਕਦੇ ਨੇ, ਮੈਡੀਕਲ ਸਹਾਇਤਾ ਦੀ ਕਮੀ ਤੇ ਟਰਾਂਸਪੋਰਟ ਦੀ ਕਮੀ ਤੋਂ ਇਲਾਵਾ ਹਥਿਆਰਬੰਦ ਲੜਾਕਿਆਂ ਜਾਂ ਫੌਜੀ ਕਰਮਚਾਰੀਆਂ ਦੇ ਨਾਲ ਆਮੋ-ਸਾਹਮਣੀ ਸਥਿਤੀ ਹੋ ਸਕਦੀ ਹੈ। ਕੈਨੇਡਾ ਅਤੇ ਅਮਰੀਕਾ ਦੀ ਸਰਹੱਦ ਤੇ ਓਨਟਾਰੀਓ ਦੇ ਦੱਖਣ ਵਿੱਚ ਅੰਬੈਸਡਰ ਬ੍ਰਿਜ ਰਾਹੀਂ ਬੀਤੇ ਦਿਨ ਕੈਨੇਡਾ 'ਚ ਦਾਖਲ ਹੋਣ ਸਮੇਂ ਰੋਕੇ ਗਏ ਫਲੈਟ ਬੈਡ ਟਰੱਕ ਟ੍ਰੇਲਰ ਦੇ ਵਾਧੂ ਸਮਾਨ ਰੱਖਣ ਵਾਲੇ ਖਾਨੇ 'ਚੋਂ ਕਸਟਮਸ ਅਧਿਕਾਰੀਆਂ ਨੇ ਲਗਭਗ 140 ਕਿਲੋ ਕੋਕੀਨ ਫੜਨ ਦਾ ਦਾਅਵਾ ਕੀਤਾ, ਜਿਸ ਦੇ ਬੰਡਲ ਬਣਾ ਕੇ 6 ਬੈਗਾਂ 'ਚ ਭਰੇ ਹੋਏ ਸਨ। ਟਰੱਕ ਦੀ ਜਾਂਚ ਤੋਂ ਬਾਅਦ ਡਰਾਈਵਰ ਜਗਰੰਤ ਸਿੰਘ ਗਿੱਲ ਨੂੰ ਹੱਥਕੜੀਆਂ ਲਗਾਈਆਂ ਗਈਆਂ। ਇੱਕ ਦਿਨ ਪਹਿਲਾਂ ਉਹ ਕੈਨੇਡਾ ਤੋਂ ਅਮਰੀਕਾ 'ਚ ਇੰਡੀਆਨਾ ਵਿਖੇ ਸਮਾਨ ਛੱਡਣ ਗਿਆ ਸੀ ਅਤੇ ਵਾਪਸੀ ਤੇ ਤਾਰਾਂ ਬਣਾਉਣ ਵਾਲੇ ਸਟੀਲ ਦੀਆਂ ਰੀਲਾਂ ਲੱਦ ਕੇ ਲਿਜਾ ਰਿਹਾ ਸੀ ਤਾਂ ਸਰਹੱਦ ਉੱਪਰ ਅਧਿਕਾਰੀਆਂ ਨੇ ਉਸ ਨੂੰ ਪੜਤਾਲ ਕਰਨ ਲਈ ਰੋਕਿਆ। ਜਗਰੰਤ ਨੂੰ ਹਿਰਾਸਤ ਵਿੱਚ ਰੱਖ ਕੇ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ। ਓਨਟਾਰੀਓ ਕੈਨੇਡਾ ਦੀ ਟਾਊਨਸ਼ਿਪ ਹਰਥਰ ਦੇ ਹਾਈਵੇ 6 ਦੇ ਲਾਗੇ ਅਰਥਰ ਦੇ ਵੈਲਿੰਗਟਨ ਰੋਡ ਉੱਪਰ ਹੋਏ ਇੱਕ ਭਿਆਨਕ ਵੈਨ ਅਤੇ ਟ੍ਰੇਲਰ ਦੀ ਸਿੱਧੀ ਟੱਕਰ ਹੋ ਜਾਣ ਤੇ ਇਸ ਭਿਆਨਕ ਹਾਦਸੇ ਵਿੱਚ ਵੈਨ 'ਚ ਸਵਾਰ 3 ਪੰਜਾਬੀ ਨੌਜਵਾਨਾਂ ਦੀ ਮੌਤ ਦੀ ਮੰਦਭਾਗੀ ਖਬਰ ਸਾਹਮਣੇ ਆਈ ਹੈ। ਮਰਨ ਵਾਲਿਆਂ ਦੀ ਪਛਾਣ ਓਨਟਾਰੀਓ ਦੇ ਮੋਨੋਟਾਊਨ ਦੇ ਵਾਸੀ ਗੁਰਿੰਦਰਪਾਲ ਲਿੱਦੜ, ਬ੍ਰੈਂਟਫੋਰਡ ਦੇ ਵਾਸੀ ਸਨੀ ਖੁਰਾਣਾ ਤੇ ਬੈਰੀਟਾਊਨ ਦੇ ਵਾਸੀ ਕਰਨਪ੍ਰੀਤ 22 ਸਾਲਾਂ ਦੇ ਵਜੋਂ ਹੋਈ ਹੈ। ਇਸ ਹਾਦਸੇ ਵਿੱਚ ਟ੍ਰੇਲਰ ਦਾ ਡਰਾਈਵਰ ਵੀ ਸਖਤ ਫੱਟੜ ਹੋਇਆ ਹੈ, ਜਿਸ ਨੂੰ ਸਥਾਨਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਇਸ ਹਾਦਸੇ ਵਿੱਚ 2 ਪੰਜਾਬੀ ਨੌਜਵਾਨਾਂ ਦੀ ਮੌਕੇ ਤੇ ਮੌਤ ਹੋ ਗਈ ਸੀ ਅਤੇ ਇੱਕ ਨੇ ਹਸਪਤਾਲ ਵਿੱਚ ਜਾ ਕੇ ਦਮ ਤੋੜ ਦਿੱਤਾ ਸੀ। ਮਾਰੇ ਗਏ ਤਿੰਨੋਂ ਨੌਜਵਾਨ ਇੱਕ ਹੀ ਵੈਨ ਵਿੱਚ ਸਵਾਰ ਸਨ। ਮਾਰੇ ਗਏ ਇੱਕ ਨੌਜਵਾਨ ਕਰਨਪ੍ਰੀਤ ਸਿੰਘ ਦਾ ਪਿਛੋਕੜ ਪੰਜਾਬ ਦੇ ਜ਼ਿਲ੍ਹਾ ਫਰੀਦਕੋਟ ਦੇ ਪਿੰਡ ਸ਼ਿਮਰੇਵਾਲਾ ਦੱਸਿਆ ਜਾਂਦਾ ਹੈ। ਅੰਤਰਰਾਸ਼ਟਰੀ ਪੈਰਾ ਓਲੰਪਿਕ ਕਮੇਟੀ ਨੇ ਵੀਰਵਾਰ ਨੂੰ ਕਿਹਾ ਕਿ ਰੂਸੀ ਅਤੇ ਬੈਲਾਰੂਸੀ ਖਿਡਾਰੀਆਂ ਨੂੰ ਯੂਕਰੇਨ ਵਿੱਚ ਯੁੱਧ 'ਚ ਉਨ੍ਹਾਂ ਦੇ ਦੇਸ਼ ਦੀ ਭੂਮਿਕਾ ਦੇ ਕਾਰਨ ਬੀਜਿੰਗ ਵਿੰਟਰ ਪੈਰਾ ਓਲੰਪਿਕ ਖੇਡਾਂ ਤੋਂ ਬਾਹਰ ਕਰ ਦਿੱਤਾ ਗਿਆ ਹੈ। IPC ਨੇ 24 ਘੰਟੇ ਦੇ ਅੰਦਰ ਆਪਣੇ ਫੈਸਲੇ ਬਦਲੇ, ਕਿਉਂਕਿ ਪਹਿਲਾਂ ਬੁੱਧਵਾਰ ਨੂੰ ਉਸਨੇ ਕਿਹਾ ਸੀ ਕਿ ਸ਼ੁੱਕਰਵਾਰ ਨੂੰ ਸ਼ੁਰੂ ਹੋਣ ਵਾਲੀਆਂ ਖੇਡਾਂ 'ਚ ਰੂਸੀ ਤੇ ਬੇਲਾਰੂਸੀ ਖਿਡਾਰੀਆਂ ਨੂੰ ਨਿਰਪੱਖ ਖਿਡਾਰੀਆਂ ਦੇ ਰੂਪ ਵਿੱਚ ਭਾਗ ਲੈਣ ਦੀ ਆਗਿਆ ਦਿੱਤੀ ਜਾਏਗੀ, ਜਿਸ ਵਿੱਚ ਉਹ ਆਪਣੇ ਦੇਸ਼ ਦੇ ਨਾਂ ਅਤੇ ਝੰਡੇ ਦੀ ਵਰਤੋਂ ਨਹੀਂ ਕਰ ਸਕਦੇ। IPC ਨੂੰ ਇਸ ਫੈਸਲੇ ਲਈ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਸੀ, ਜਿਸ ਦੇ ਬਾਅਦ ਉਸ ਨੂੰ ਆਪਣਾ ਫੈਸਲਾ ਬਦਲਣਾ ਪਿਆ। IPC ਨੇ ਸਪਸ਼ਟ ਕੀਤਾ ਹੈ ਕਿ ਕਈ ਖਿਡਾਰੀ ਰੂਸ ਜਾਂ ਬੈਲਾਰੂਸ ਦੇ ਖਿਲਾਫ ਮੁਕਾਬਲਾ ਕਰਨ ਤੋਂ ਇਨਕਾਰ ਕਰ ਦੇਣਗੇ, ਜਿਸ ਨਾਲ ਪੈਰਾ ਓਲੰਪਿਕ ਵਿੱਚ ਮੁਸ਼ਕਿਲ ਸਥਿਤੀ ਪੈਦਾ ਹੋ ਜਾਏਗੀ। ਫੈਸਲਾ ਬਦਲਦੇ ਹੋਏ IPC ਹੁਣ ਫੁੱਟਬਾਲ, ਟਰੈਕਰ ਤੇ ਫੀਲਡ, ਬਾਸਕਟਬਾਲ, ਹਾਕੀ ਅਤੇ ਹੋਰ ਖੇਡਾਂ ਸ਼ਾਮਲ ਹੋ ਗਿਆ ਹੈ, ਜਿਨ੍ਹਾਂ ਨੇ ਰੂਸ ਤੇ ਬੈਲਾਰੂਸ ਦੇ ਖਿਡਾਰੀਆਂ ਤੇ ਪੂਰਨ ਪਾਬੰਦੀ ਲਗਾ ਦਿੱਤੀ ਹੈ। ਇਹ ਸਨ ਹੁਣ ਤੱਕ ਦੀਆਂ ਖਬਰਾਂ। ਮੈਨੂੰ ਵਰੁਣ ਕੌਰ ਮਾਨ ਨੂੰ ਦਿਓ ਆਗਿਆ। ਹੋਰ ਖਬਰਾਂ ਦੇ ਲਈ ਸਾਡਾ YouTube ਚੈਨਲ ਪੰਜਾਬ ਮੇਲ USA TV ਜ਼ਰੂਰ ਸਬਸਕ੍ਰਾਈਬ ਕਰੋ। ਸਤਿ ਸ਼੍ਰੀ ਅਕਾਲ।